दोस्तों हाजिर एक होर वीडियो रिपोर्ट लैके चैनल रितेश लखी अनप्लग्ड उत्ते थे। अज दिस वीडियो रिपोर्ट विच गल होएगी पंजाब दे साबका डीजीपी विवादित आईपीएस अफसर सुमेध सिंह सैनी दी ब्लैंकेट सुपर ब्लैंकेट बेल जो कि उन्होंने बीते साल सितंबर 2021 ਦੇ ਵਿੱਚ पंजाब ਅਤੇ हरियाणा हाई कोर्ट ਵੱਲੋਂ ਦਿੱਤੀ गई सी। जस्टिस अरविंद कुमार सांगवान ਦੇ बेंच ने सुमेध सिंह सैनी के खिलाफ जिन्ने भी अपराधिक मामले अलग अलग समय उत्ते दर्ज ਹੁੰਦੇ ਰਹੇ ਨੇ ਪੰਜਾਬ ਦੇ ਵਿੱਚ ਉਹਨਾਂ ਸਭ ਦੀ ਪੜਤਾਲ ਉੱਤੇ ਰੋਕ ਲਗਾਤੀ ਸੀ। ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਉੱਤੇ ਉਹਨਾਂ ਦੇ ਅਦਾਲਤਾਂ ਦੇ ਵਿੱਚ ਹਾਜ਼ਰੀ ਭਰਨ ਉੱਤੇ ਇੱਕ ਬਹੁਤ ਵੱਡਾ ਰਿਲੀਫ ਬਹੁਤ ਵੱਡੀ ਰਾਹਤ ਜਿਹੜੀ ਹੈ ਸੁਮੇਧ ਸਿੰਘ ਸੈਣੀ ਨੂੰ ਜਦੋਂ ਸਤੰਬਰ 2021 ਵਿੱਚ ਦਿੱਤੀ ਗਈ। ਉਸੇ ਦਿਨ ਮੈਂ ਇੱਕ ਰਿਪੋਰਟ ਬਣਾਈ ਸੀ ਜਿਸ ਵਿੱਚ ਕੀ ਆ ਸਵਾਲ ਖੜੇ ਕੀਤੇ ਸੀ ਕਿ ਇਹ ਕਿਹੋ ਜਿਹਾ ਆਰਡਰ ਹੈ ਜਿਸ ਵਿੱਚ ਕੀ ਹਾਈ ਕੋਰਟ ਨੇ ਸਿਰਫ ਜਿਹੜੇ ਮੌਜੂਦਾ ਉਸ ਵਕਤ ਕੇਸ ਚੱਲਦੇ ਪਏ ਸਨ ਸੁਮੇਧ ਸਿੰਘ ਸੈਣੀ ਸਿਰਫ ਉਹਨਾਂ ਉੱਤੇ ਹੀ ਉਹਨੂੰ ਰਾਹਤ ਨਹੀਂ ਦਿੱਤੀ ਸੀ ਸਗੋਂ ਭਵਿੱਖ ਦੇ ਵਿੱਚ ਵੀ ਦਰਜ ਹੋਣ ਵਾਲੇ ਕਿਸੇ ਵੀ ਕੇਸ ਦੇ ਵਿੱਚ ਵੀ ਇਹ ਰਾਹਤ ਦਿੱਤੀ ਗਈ ਸੀ। ਸੋ ਨੋਸ਼ਨਲ ਕੇਸ ਜੋ ਕਿ ਅਜੇ ਰਜਿਸਟਰ ਵੀ ਨਹੀਂ ਹੋਏ ਸਨ ਉਹਨਾਂ ਦੇ ਵਿੱਚ ਵੀ ਸੁਮੇਧ ਸਿੰਘ ਸੈਣੀ ਨੂੰ ਕਿੱਡੀ ਵੱਡੀ ਰਾਹਤ ਦਾ ਕੀ ਰੀਜ਼ਨ ਸੀ ਕੀ ਲੌਜਿਕ ਸੀ। ਲੇਕਿਨ ਉਸ ਰਾਹਤ ਜੋ ਕਿ ਫਰਵਰੀ 2022 ਯਾਨੀ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੱਕ ਦਿੱਤੀ ਗਈ ਸੀ ਉਸ ਵਕਤ ਸੁਮੇਧ ਸਿੰਘ ਸੈਣੀ ਨੂੰ ਤੁਹਾਨੂੰ ਯਾਦ ਹੋਏਗਾ ਗ੍ਰਿਫਤਾਰ ਕਰ ਲਿਆ ਗਿਆ। ਇੱਕ ਇਲੀਗਲ ਤਰੀਕੇ ਨਾਲ ਗਲਤ ਤਰੀਕੇ ਨਾਲ ਗ੍ਰਿਫਤਾਰੀ ਉਹਨਾਂ ਦੀ ਹੁੰਦੀ ਹੈ। ਦੇਰ ਰਾਤ ਉਹਨਾਂ ਨੂੰ ਲੌਕਅਪ ਦੇ ਵਿੱਚ ਪਾਤਾ ਜਾਂਦਾ ਹੈ। ਲੌਕਅਪ ਦੇ ਵਿੱਚ ਸੁਮੇਧ ਸਿੰਘ ਸੈਣੀ ਬੇਹੋਸ਼ ਹੋ ਕੇ ਡਿੱਗ ਜਾਂਦੇ ਨੇ। ਉਸ ਤੋਂ ਬਾਅਦ ਉਹਨਾਂ ਦੇ ਵਕੀਲ ਹਾਈ ਕੋਰਟ ਜਾਂਦੇ ਨੇ ਤੇ ਅੱਧੀ ਰਾਤੀ ਹਾਈ ਕੋਰਟ ਦਾ ਫੈਸਲਾ ਆਉਂਦਾ ਹੈ ਤੇ ਸੁਮੇਧ ਸਿੰਘ ਸੈਣੀ ਦੀ ਉਸ ਕਸਟਡੀ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਹੋਇਆਂ ਉਹਨਾਂ ਨੂੰ ਫੌਰਨ ਛੱਡੇ ਜਾਣ ਦਾ ਆਰਡਰ ਹਾਈ ਕੋਰਟ ਵੱਲੋਂ ਸੁਣਾਇਆ ਜਾਂਦਾ ਜਿਸ ਤੋਂ ਬਾਅਦ ਸੁਮੇਧ ਸਿੰਘ ਸੈਣੀ ਜੇਲ੍ਹ ਤੋਂ ਬਾਹਰ ਆਉਂਦੇ ਨੇ। ਉਸ ਤੋਂ ਬਾਅਦ ਸੁਮੇਧ ਸਿੰਘ ਸੈਣੀ ਦੇ ਖਿਲਾਫ अंडर इन्वेस्टिगेशन ਜਿਹੜੇ ਵੀ ਮਾਮਲੇ ਸਨ ਉਹਨਾਂ ਸਭ ਉੱਤੇ ਰੋਕ ਲਗਾਤੀ ਗਈ ਜਾਂ ਸਟੇ ਉਸ ਉੱਤੇ ਦਿੱਤੀ ਗਈ ਸੀ ਤੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਹਾਈ ਕੋਰਟ ਦਾ ਫੈਸਲਾ ਸੀ। ਸੁਮੇਧ ਸਿੰਘ ਸੈਣੀ ਦਾ ਦਾਅਵਾ ਇਹ ਸੀ ਕਿ ਉਹਨਾਂ ਨੂੰ ਇੱਕ ਸਿਆਸੀ ਬਦਲਾਖੋਰੀ ਜਾਂ ਰੰਜਿਸ਼ ਦੇ ਤਹਿਤ ਹੀ ਟਾਰਗੇਟ ਕੀਤਾ ਜਾ ਰਿਹਾ ਹੈ। ਲੇਕਿਨ ਇਸ ਤਰੀਕੇ ਦੀ ਬਲੈਂਕੇਟ ਜਾਂ ਸੁਪਰ ਬਲੈਂਕੇਟ ਬੇਲ ਦਾ ਕੋਈ ਕਾਰਨ ਵੱਡਾ ਨਜ਼ਰ ਨਹੀਂ ਸੀ ਆਉਂਦਾ ਸਮਝ ਨਹੀਂ ਸੀ ਆਉਂਦਾ ਤੇ ਕੀ ਭਵਿੱਖ ਦੇ ਵਿੱਚ ਕਿਸੇ ਅਪਰਾਧਿਕ ਵਾਰਦਾਤ ਦੇ ਵਿੱਚ ਜੇ ਸੁਮੇਧ ਸਿੰਘ ਸੈਣੀ ਖੁਦ ਇਨਵੋਲਵ ਹੁੰਦੇ ਇਹ ਬੇਲ ਜਾਂ ਇਹ ਰਾਹਤ ਉਹਨਾਂ ਨੂੰ ਉਸ ਕੇਸ ਦੇ ਵਿੱਚ ਵੀ ਮਿਲਣੀ ਸੀ। ਇਸ ਪੀਰੀਅਡ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਸਟਿਸ ਅਰਵਿੰਦ ਕੁਮਾਰ सांगवान ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਸੀ। ਲੇਕਿਨ ਬੀਤੇ ਦਿਨੀ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਦੋਂ ਇਹ ਮਾਮਲੇ ਦੀ ਸੁਣਵਾਈ ਦੁਬਾਰਾ ਸ਼ੁਰੂ ਹੋਈ ਤਾਂ ਇਸ ਰਾਹਤ ਨੂੰ ਉਸ ਛੋਟ ਨੂੰ ਸੁਮੇਧ ਸਿੰਘ ਸੈਣੀ ਲਈ ਵਧਾਤਾ ਗਿਆ। ਅਪ੍ਰੈਲ 20 ਅਪ੍ਰੈਲ 2022 ਤੱਕ ਸੁਮੇਧ ਸਿੰਘ ਸੈਣੀ ਦੇ ਖਿਲਾਫ ਜਿਹੜੇ ਬੰਦ ਹੋਏ ਜਾਂ ਉਹਨਾਂ ਦੇ ਖਿਲਾਫ ਜਿਹੜੀ ਇਨਵੈਸਟੀਗੇਸ਼ਨਾਂ ਰੁਕੀਆਂ ਪਈਆਂ ਸਨ ਉਹਨਾਂ ਦੀ ਮਿਆਦ ਨੂੰ ਹੋਰ 2 ਮਹੀਨੇ ਅੱਗੇ ਪਾਤਾ ਗਿਆ ਸੀ ਤੇ ਇਸ ਤੋਂ ਬਾਅਦ ਪੰਜਾਬ ਦੇ ਜਿਹੜੇ ਐਡਵੋਕੇਟ ਜਨਰਲ ਜਾਂ ਪੰਜਾਬ ਸਰਕਾਰ ਹੁੰਦੀ ਹੈ ਉਹ ਸੁਪਰੀਮ ਕੋਰਟ ਵਿੱਚ ਜਾ ਕੇ ਇਸ ਕੇਸ ਨੂੰ ਨਾ ਸਿਰਫ ਚੁਣੌਤੀ ਦਿੰਦੀ ਹੈ ਬਲਕਿ ਇਹ ਜਿਹੜਾ ਰਾਹਤ ਐਕਸਟੈਂਡ ਕਰਨ ਦਾ ਫੈਸਲਾ ਤਾਜ਼ਾ ਫੈਸਲਾ ਹੈ ਉਸੇ ਅਦਾਲਤ ਜਸਟਿਸ ਅਰਵਿੰਦ ਕੁਮਾਰ सांगवान ਦੀ ਅਦਾਲਤ ਵੱਲੋਂ ਸੁਣਾਇਆ ਗਿਆ ਹੈ ਉਸ ਉੱਤੇ ਕੜੇ ਇਤਰਾਜ਼ ਜਤਾਏ ਜਾਂਦੇ ਨੇ। ਇਹ ਦੱਸਦੇ ਵੀ ਸੁਮੇਧ ਸਿੰਘ ਸੈਣੀ ਦੀ ਸੁਪਰ ਬਲੈਂਕੇਟ ਬੇਲ ਦੇ ਖਿਲਾਫ ਇੱਕ ਸਪੈਸ਼ਲ ਲੀਵ ਪਟੀਸ਼ਨ ਆਲਰੇਡੀ ਪੰਜਾਬ ਗਵਰਨਮੈਂਟ ਨੇ ਫਾਈਲ ਕਰ ਰੱਖੀ ਸੀ। ਚੀਫ ਜਸਟਿਸ CV ਰਮन्ना ਤੇ ਜਸਟਿਸ ਹਿਮਾ ਕੋਹਲੀ ਸਮੇਤ ਇੱਕ ਹੋਰ ਜੱਜ ਦੇ ਇੱਕ ਬੈਂਚ ਨੇ ਸੁਪਰੀਮ ਕੋਰਟ ਦੀ ਇਸ ਬੈਂਚ ਵੱਲੋਂ ਜਿਹੜਾ ਫੈਸਲਾ ਤੇ ਜਿਹੜੀ ਸਖਤ ਟਿੱਪਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਉੱਤੇ ਕੀਤੀ ਗਈ ਹੈ ਉਸ ਦੇ ਸਤੰਬਰ 2021 ਦੇ ਫੈਸਲੇ ਉੱਤੇ ਕੀਤੀ ਗਈ ਹੈ ਉਹ ਧਿਆਨ ਦੇਣ ਯੋਗ ਹੈ। ਉਸ ਦੇ ਵਿੱਚ ਇਸ ਫੈਸਲੇ ਯਾਨੀ ਕਿ ਜਿਸ ਰਾਹਤ ਦੀ ਆਪਾਂ ਗੱਲ ਕਰ ਰਹੇ ਹਾਂ ਸੁਮੇਧ ਸਿੰਘ ਸੈਣੀ ਨੂੰ ਜੋ ਕਈ ਮਹੀਨੇ ਰਾਹਤ ਦਿੱਤੀ ਗਈ ਨਾ ਸਿਰਫ ਚੱਲਦੇ ਹੋਏ ਮੁਕੱਦਮਿਆਂ ਦੇ ਵਿੱਚ ਲੇਕਿਨ ਭਵਿੱਖ ਦੇ ਮੁਕੱਦਮਿਆਂ ਦੇ ਵਿੱਚ ਵੀ ਉਹਨਾਂ ਨੂੰ ਕਈ ਮਹੀਨੇ ਤੱਕ ਰਾਹਤ ਸੀ। ਉਸ ਫੈਸਲੇ ਨੂੰ ਹਾਈ ਕੋਰਟ ਦੇ ਨੂੰ ਸੁਪਰੀਮ ਕੋਰਟ ਦੇ ਇਸ ਬੈਂਚ ਨੇ ਸ਼ੌਕਿੰਗ ਦੱਸਿਆ। ਇਹ ਅਜਿਹਾ ਫੈਸਲਾ ਸੀ ਜੋ ਕਿ ਜੱਜਾਂ ਦੇ ਮੁਤਾਬਕ ਉਹਨਾਂ ਨੇ ਆਪਣੀ ਜ਼ਿੰਦਗੀਆਂ ਦੇ ਵਿੱਚ ਕਦੇ ਨਹੀਂ ਸੀ ਸੁਣਿਆ। ਯਾਨੀ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਜਸਟਿਸ ਅਰਵਿੰਦ ਕੁਮਾਰ सांगवान ਦਾ ਫੈਸਲਾ ਸੀ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਜਾ ਕੇ ਖੜੀ ਹੋ ਗਈ ਸੀ। ਹਾਲਾਂਕਿ ਪੰਜਾਬ ਸਰਕਾਰ ਨੇ ਵੀ ਜਿਹੜੀ ਚੁਣੌਤੀ ਦੇਣ ਦੇ ਵਿੱਚ ਕਈ ਮਹੀਨੇ ਲਾਏ। ਇਹ ਦੱਸਦੀ ਵੀ ਜਦੋਂ ਸੁਮੇਧ ਸਿੰਘ ਸੈਣੀ ਨੂੰ ਇਹ ਰਾਹਤ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਟ ਜਾਂਦੀ ਹੈ। ਨਹੀਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਹੁਦੇ ਤੋਂ ਹਟ ਜਾਂਦੇ ਨੇ। ਪੰਜਾਬ ਦਾ ਐਡਵੋਕੇਟ ਜਨਰਲ ਚੇਂਜ ਹੋ ਜਾਂਦਾ ਤੇ ਪੰਜਾਬ ਦੇ ਐਡਵੋਕੇਟ ਜਨਰਲ ਦੇ ਰੂਪ ਵਿੱਚ ਸੁਮੇਧ ਸਿੰਘ ਸੈਣੀ ਦੇ ਅਲੱਗ-ਅਲੱਗ ਅਪਰਾਧਿਕ ਮਾਮਲਿਆਂ ਦੇ ਵਿੱਚ ਉਹਨਾਂ ਦੀ ਪੈਰਵੀ ਕਰਨ ਵਾਲੇ APS ਦਿਓਲ ਹੀ ਪੰਜਾਬ ਦੇ ਐਡਵੋਕੇਟ ਜਨਰਲ ਬਣ ਜਾਂਦੇ ਨੇ। ਇਹ ਇੱਕ ਵਿਵਾਦ ਦਾ ਵਿਸ਼ਾ ਵੀ ਸੀ ਜਿਸ ਦੇ ਚੱਲਦਿਆਂ ਤਕਰੀਬਨ 1.5 ਮਹੀਨੇ ਤੋਂ ਬਾਅਦ APS ਦਿਓਲ ਨੂੰ पंजाब के एडवोकेट जनरल अहुदे तो अस्तीफा देना पिया। एक बहुत लंबा चौड़ा विवाद सी। नवजोत सिंह सिद्धू या कई होर पक्षां वल्लों एक भारी विरोध जिहड़ा सी सुमेध सिंह सैनी के वकील नूं ही पंजाब का एडवोकेट जनरल बनाए जाण उत्ते होया। APS दिओल दे अपना अहुदा छड्डण तो बाद पटवालिया जिहड़े पंजाब के एडवोकेट जनरल बनते ने उन्हां वल्लों कुछ हफ्ते का समा लैके ही सुमेध सिंह सैनी दे इस सुपर ब्लैंकेट बेल नूं चुनौती सुप्रीम कोर्ट विच दित्ती गई। सुप्रीम कोर्ट दे विच पहलां ही सुमेध सिंह सैनी दे
ਬਚਾਅ ਪੱਖ ਨੇ ਇੱਕ ਕੈਵਿਟ ਫਾਈਲ ਕਰ ਦਿੱਤੀ ਸੀ। ਕੈਵਿਟ ਦਾ ਮਤਲਬ ਇਹ ਹੁੰਦਾ ਕਿ ਸਾਨੂੰ ਜੇ ਖਦਸ਼ਾ ਹੋਵੇ ਕਿ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੀ ਇਸ ਰਿਲੀਫ ਦੇ ਖਿਲਾਫ ਕੋਈ ਜਾ ਸਕਦਾ ਹੈ, ਪੰਜਾਬ ਸਰਕਾਰ ਜਾ ਸਕਦੀ ਹੈ, ਤਾਂ ਉੱਥੇ ਜਾ ਕੇ ਅਰਜ਼ੀ ਲਗਾਤੀ ਜਾਂਦੀ ਹੈ ਕਿ ਜਦੋਂ ਵੀ ਇਸ ਕੇਸ ਦੀ ਸੁਣਵਾਈ ਹੋਵੇ ਜਾਂ ਇਸ ਮਾਮਲੇ ਉੱਤੇ ਕੋਈ ਵੀ ਨੋਟਿਸ ਜਾਰੀ ਕਰਨਾ ਹੋਵੇ ਤਾਂ ਉਹਨਾਂ ਦਾ ਪੱਖ ਸੁਣਿਆ ਜਾਵੇ। ਸੋ ਕੈਵਿਟ ਸੁਮੇਧ ਸਿੰਘ ਸੈਣੀ ਪਹਿਲਾਂ ਹੀ ਲਗਾ ਕੇ ਸੁਪਰੀਮ ਕੋਰਟ ਪਹੁੰਚੇ ਹੋਏ ਸਨ। ਉਲਟਾ ਪੰਜਾਬ ਸਰਕਾਰ ਤੇ ਪੰਜਾਬ ਦਾ ਕਾਨੂੰਨੀ ਪੱਖ ਉਸ ਚੁਣੌਤੀ, ਉਸ ਫੈਸਲੇ ਨੂੰ ਚੁਣੌਤੀ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਉਸ ਬਲੈਂਕੇਟ ਰਿਲੀਫ ਨੂੰ ਚੁਣੌਤੀ ਦੇਣ ਦੇ ਵਿੱਚ ਤਕਰੀਬਨ 3.5 ਮਹੀਨੇ ਲੇਟ ਹੋਇਆ। ਇਹੀ ਪਲੀ ਸੁਮੇਧ ਸਿੰਘ ਸੈਣੀ ਦੇ ਵਕੀਲਾਂ ਨੇ ਬਾਅਦ ਦੇ ਵਿੱਚ ਸੁਪਰੀਮ ਕੋਰਟ ਵਿੱਚ ਲਈ। ਉਹਨਾਂ ਵੱਲੋਂ ਇਹ ਦਾਅਵੇ ਕੀਤੇ ਗਏ ਕਿ ਸੁਪਰੀਮ ਕੋਰਟ ਪਹੁੰਚਣ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਡੀਲੇ ਕੀਤੀ ਗਈ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਵਾਲੇ ਬੈਂਚ ਨੂੰ ਇਹ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਬਚਾਅ ਪੱਖ ਕਰਦਾ ਰਿਹਾ, ਲੇਕਿਨ ਜਿਹੜਾ ਚੀਫ ਜਸਟਿਸ ਦਾ ਬੈਂਚ ਸੀ ਉਸਨੇ ਇੱਕ ਬਹੁਤ ਹੀ ਸਖਤ ਟਿੱਪਣੀ ਕੀਤੀ। ਉਹਨਾਂ ਦਾ ਕਹਿਣਾ ਇਹ ਸੀ ਕਿ ਕਿਵੇਂ ਸੰਭਵ ਹੈ ਕਿ ਇੱਕ ਸ਼ਖਸ ਨੂੰ ਸਿਰਫ ਉਸ ਦੇ ਖਿਲਾਫ ਜਾਰੀ ਜਾਂ ਦਰਜ ਹੋਏ ਮੁਕੱਦਮਿਆਂ ਦੇ ਉੱਤੇ ਹੀ ਨਹੀਂ ਬਲਕਿ ਭਵਿੱਖ ਦੇ ਵਿੱਚ ਜਾਂ ਉਹ ਵਾਰਦਾਤਾਂ, ਉਹ ਘਟਨਾਵਾਂ ਜੋ ਕਿ ਸ਼ਾਇਦ ਉਸਨੇ ਉਸ ਵਕਤ ਕੀਤੀਆਂ ਵੀ ਨਾ ਹੋਣ, ਉਹਨਾਂ ਦੇ ਵਿੱਚ ਹੀ ਐਡੀ ਵੱਡੀ ਰਿਲੀਫ ਤੇ ਰਾਹਤ ਤੁਸੀਂ ਦੇ ਕੇ ਰੱਖੀ ਹੈ। ਆਪਣੇ ਜਿਉਂਦਿਆਂ ਜੀ ਇਹਨਾਂ ਜੱਜਾਂ ਵੱਲੋਂ ਇਸ ਤਰੀਕੇ ਦੇ ਜਿਹੜੇ ਆਰਬਿਟਰਰੀ ਤੌਰ ਤੇ ਦਿੱਤੀ ਗਈ ਰਿਲੀਫ ਸੀ, ਇਸ ਉੱਤੇ ਇੱਕ ਬੜਾ ਵੱਡਾ ਸਵਾਲ ਖੜਾ ਕੀਤਾ ਗਿਆ। ਇਹ ਵੀ ਸੁਪਰੀਮ ਕੋਰਟ ਨੇ ਤੈਅ ਕੀਤਾ ਕਿ ਇਸ ਮਾਮਲੇ ਦੇ ਉੱਤੇ ਆਉਣ ਵਾਲੇ 2 ਹਫ਼ਤਿਆਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਬਾਰਾ ਮੁੜ ਵਿਚਾਰ ਕਰੇ, ਕਿਉਂਕਿ ਸੁਮੇਧ ਸਿੰਘ ਸੈਣੀ ਵੱਲੋਂ ਜਿਹੜੀ ਇੱਕ ਐਪਲੀਕੇਸ਼ਨ ਹੁਣ ਹਾਈ ਕੋਰਟ ਦੇ ਵਿੱਚ ਲਾਈ ਗਈ ਸੀ ਜੋ ਕਿ ਬੇਸਿਕਲੀ ਉਸੇ ਰਿਲੀਫ ਨੂੰ ਐਕਸਟੈਂਡ ਅਪ੍ਰੈਲ ਤੱਕ ਕਰਾਉਣ ਦੀ ਅਰਜ਼ੀ ਸੀ, ਉਸ ਦੇ ਵਿੱਚ CBI ਜਾਂਚ ਦੀ ਮੰਗ ਕੀਤੀ ਗਈ ਹੈ। ਸੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਆਉਣ ਵਾਲੇ 2 ਹਫ਼ਤਿਆਂ ਦੇ ਵਿੱਚ ਇਸ ਦਾ ਫੈਸਲਾ ਲਏ, ਇਹ ਨਿਰਦੇਸ਼ ਸੁਪਰੀਮ ਕੋਰਟ ਦਾ ਇਹ ਮਾਣਯੋਗ ਚੀਫ ਜਸਟਿਸ ਦਾ ਬੈਂਚ ਦਿੰਦਾ। ਲੇਕਿਨ ਇਸ ਤੋਂ ਵੀ ਜਿਹੜਾ ਵੱਡਾ ਟਿੱਪਣੀ ਕਹਿ ਲਈਏ ਜਾਂ ਫੈਸਲਾ ਕਹਿ ਲਈਏ ਉਹ ਇਹ ਹੈ ਕਿ ਜਸਟਿਸ ਅਰਵਿੰਦ ਕੁਮਾਰ ਸਾਂਗਵਾਨ ਦਾ ਉਹ ਬੈਂਚ ਜਿਸਨੇ ਕਿ ਸੁਮੇਧ ਸਿੰਘ ਸੈਣੀ ਨੂੰ ਐਡੀ ਵੱਡੀ ਰਾਹਤ ਦਿੱਤੀ, ਉਸ ਬੈਂਚ ਤੋਂ ਇਹ ਕੇਸ ਨੂੰ ਹਟਾ ਲਿਆ ਗਿਆ। ਸੋ ਸੁਪਰੀਮ ਕੋਰਟ ਨੇ ਇਹ ਮੰਨਿਆ ਕਿ ਜਿਸ ਤਰੀਕੇ ਨਾਲ ਇੱਕ ਐਡੀ ਵੱਡੀ ਰਾਹਤ ਸੈਣੀ ਨੂੰ ਦਿੱਤੀ ਗਈ ਹੈ ਉਹ ਕਿਸੇ ਵੀ ਹੱਦ ਤੱਕ ਇੱਕ ਕੁਆਲੀਫਾਈਡ ਰਾਹਤ ਨਹੀਂ ਸੀ। ਇਹ ਗੱਲਾਂ ਬਾਤਾਂ ਦਰੁਸਤ ਸਨ ਕਿ ਉਸ ਵਕਤ ਸੁਮੇਧ ਸਿੰਘ ਸੈਣੀ ਨੂੰ ਜਿਹੜੇ ਹਾਲਾਤਾਂ ਦੇ ਵਿੱਚ ਰਾਤ ਗ੍ਰਿਫਤਾਰ ਕੀਤਾ ਗਿਆ, ਉਹਨਾਂ ਕੋਲ ਇੱਕ ਰਿਲੀਫ ਸੀ, ਉਹਨਾਂ ਕੋਲ ਇੱਕ ਐਂਟੀਸਿਪੇਟਰੀ ਬੇਲ ਸੀ, ਜਾਂ ਫਿਰ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਕੁਝ ਹਫ਼ਤੇ ਦਾ ਨੋਟਿਸ ਦਿੱਤਾ, 1 ਹਫ਼ਤੇ ਦਾ ਨੋਟਿਸ ਦਿੱਤਾ ਜਾਣਾ ਚਾਹੀਦਾ ਸੀ, ਉਸ ਤੋਂ ਬਾਅਦ ਹੀ ਉਹਨਾਂ ਦੀ ਗ੍ਰਿਫਤਾਰੀ ਸੰਭਵ ਸੀ। ਲੇਕਿਨ ਇੱਕ ਨਵਾਂ ਕੇਸ ਰਜਿਸਟਰ ਕਰਕੇ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਉਹ ਇਨਵੈਸਟੀਗੇਸ਼ਨ ਜੁਆਇਨ ਕਰਨ ਗਏ। ਲੇਕਿਨ ਇਹ ਕੋਈ ਆਧਾਰ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਰਿਲੀਫ ਐਡੀ ਸਵੀਪਿੰਗ ਦਿੱਤੀ ਜਾਵੇ ਕਿ ਉਹਨਾਂ ਉੱਤੇ ਕੋਈ ਵੀ ਕਿੰਤੂ ਪਰੰਤੂ ਆਉਣ ਵਾਲੇ ਕਈ ਮਹੀਨਿਆਂ ਤੱਕ ਹੀ ਨਹੀਂ ਉੱਠਿਆ। ਤੇ ਉਸ ਵਕਤ ਜਦੋਂ ਕਿ ਇਲੈਕਸ਼ਨ ਹਟ ਵੀ ਚੁੱਕੇ ਸਨ, ਉਹ ਜਿਹੜੀ ਬਦਲਾਖੋਰੀ ਜਾਂ ਪੋਲੀਟੀਕਲ ਵੈਂਡੇਟੇ ਦੀ ਗੱਲਬਾਤ ਜਿਹੜੀ ਪਲੀ ਸੁਮੇਧ ਸਿੰਘ ਸੈਣੀ ਨੇ ਲਈ ਸੀ ਉਸ ਦਾ ਇੱਕ ਆਧਾਰ ਖਤਮ ਹੋ ਚੁੱਕਿਆ ਸੀ। ਉਸ ਵਕਤ ਵੀ ਇਸੇ ਹਾਈ ਕੋਰਟ ਦੇ ਜਿਹੜਾ ਬੈਂਚ ਸੀ ਉਸਨੇ ਸੈਣੀ ਦੀ ਰਾਹਤ ਨੂੰ ਅਪ੍ਰੈਲ ਤੱਕ ਵਧਾਤਾ। ਸੋ ਸੁਪਰੀਮ ਕੋਰਟ ਬਹੁਤ ਸਖਤ ਨਜ਼ਰ ਆਇਆ ਤੇ ਸੁਪਰੀਮ ਕੋਰਟ ਦਾ ਇਹ ਫੈਸਲਾ, ਇਹ ਟਿੱਪਣੀਆਂ, ਇਹ ਜਿਹੜੀ ਤਲਖ ਕਮੈਂਟਰੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਉਸ ਬੈਂਚ ਦੀ ਡਿਸੀਜਨ ਤੇ ਉਸ ਦੇ ਵਿਵੇਕ ਉੱਤੇ, ਇਹ ਆਪਣੇ ਆਪ ਦੇ ਵਿੱਚ ਬਹੁਤ ਘੋਖਣ ਤੇ ਵਿਚਾਰ ਕਰਨ ਦਾ ਵਿਸ਼ਾ ਵੀ ਹੈ। ਕਿਉਂਕਿ ਮੈਂ ਇਸ ਚੈਨਲ ਰਿਤੇਸ਼ ਲਖੀਆ ਅਨਪਲਗ ਤੇ ਰਿਪੋਰਟ ਉਸੇ ਦਿਨ ਬਣਾਤੀ ਸੀ, ਸਵਾਲ ਖੜੇ ਕੀਤੇ ਸੀ ਕਿ ਇਸ ਤਰੀਕੇ ਦੀ ਸਵੀਪਿੰਗ ਤੇ ਜਿਹੜੀ ਬਲੈਂਕੇਟ ਰਿਲੀਫ ਹੈ ਉਸ ਦਾ ਕੀ ਮਕਸਦ ਹੈ। ਹੁਣ ਇੱਥੇ ਇਸ ਚੀਜ਼ ਨੂੰ ਸਮਝਣਾ ਤੇ ਸਾਡੇ ਦਰਸ਼ਕਾਂ ਨੂੰ ਸਮਝਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸੁਮੇਧ ਸਿੰਘ ਸੈਣੀ ਨੂੰ 3 ਅਲੱਗ-ਅਲੱਗ ਪੜਾਅ ਹੇਠ 3 ਅਲੱਗ-ਅਲੱਗ ਸਾਲਾਂ ਓਵਰ 4 ਇਅਰਸ 2018, 2020 ਤੇ 2021 ਇਹ 3 ਸਾਲਾਂ ਦੇ ਵਿੱਚ ਰਾਹਤ ਮਿਲੀ ਤੇ ਇਹ ਬਲੈਂਕੇਟ ਤੇ ਸਵੀਪਿੰਗ ਜਿਹੜੀ ਰਿਲੀਫ ਸੀ ਹਾਈ ਕੋਰਟ ਵੱਲੋਂ ਸੰਭਵ ਹੋ ਪਾਈ। ਸੁਮੇਧ ਸਿੰਘ ਸੈਣੀ ਦੇ ਉੱਤੇ ਜਿਹੜਾ ਮੇਨ ਮੁਕੱਦਮਾ ਚੱਲਦਾ ਪਿਆ ਸੀ, ਪੰਜਾਬ ਸਰਕਾਰ ਦੇ ਨਜ਼ਰੀਏ ਦੇ ਨਾਲ ਮਹੱਤਵਪੂਰਨ ਸੀ, ਉਹ ਸੀ ਬਹਿਬਲ ਕਲਾਂ ਫਾਇਰਿੰਗ ਦਾ। ਕਿਉਂਕਿ ਬਹਿਬਲ ਕਲਾਂ ਦੇ ਵਿੱਚ ਫਾਇਰਿੰਗ ਹੁੰਦੀ ਹੈ, 2 ਉੱਥੇ ਸਿੰਘ ਜਿਹੜੇ ਸੀ ਉਹ ਮਾਰੇ ਜਾਂਦੇ ਨੇ ਅਕਤੂਬਰ 2015 ਦੇ ਵਿੱਚ। ਬੇਅਦਬੀ ਦੀ ਘਟਨਾਵਾਂ ਤੋਂ ਬਾਅਦ ਜਿਹੜਾ ਵਿਰੋਧ ਹੋ ਰਿਹਾ ਹੁੰਦਾ, ਪਹਿਲਾਂ ਕੋਟਕਪੂਰੇ ਦੀ ਘਟਨਾ ਹੁੰਦੀ ਹੈ, ਬਹਿਬਲ ਕਲਾਂ ਦੇ ਵਿੱਚ ਇਹ ਵਾਰਦਾਤ ਹੋ ਜਾਂਦੀ ਹੈ। ਉਸ ਕੇਸ ਦੇ ਵਿੱਚ ਚਰਨਜੀਤ ਸ਼ਰਮਾ ਨਾਂ ਦੇ ਜਿਹੜੇ SSP ਸੀ, ਉਹਨਾਂ ਦੀ ਇੱਕ ਬਹੁਤ ਹੀ ਨਾਪੱਖੀ ਭੂਮਿਕਾ ਸਾਹਮਣੇ ਆਈ ਸੀ ਤੇ ਕਿਹੜੇ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਸਭ ਕੁਝ ਹੋਇਆ। ਸੋ ਇਸ ਕੇਸ ਦੇ ਵਿੱਚ ਜਦੋਂ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਸਿੱਟ ਬਣਦੀ ਹੈ, ਉਹ ਇਨਵੈਸਟੀਗੇਸ਼ਨ ਨੂੰ ਅੱਗੇ ਟੇਕ ਅਪ ਕਰਦੀ ਹੈ, ਉਸ ਤੋਂ ਬਾਅਦ ਸੁਮੇਧ ਸਿੰਘ ਸੈਣੀ ਨੂੰ ਇਹ ਖਦਸ਼ਾ ਹੁੰਦਾ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ। ਯਾਨੀ ਕਿ 2018 ਦੇ ਵਿੱਚ ਉਹ ਪਹਿਲੀ ਵਾਰ ਹਾਈ ਕੋਰਟ ਦਾ ਰੁਖ ਕਰਦੇ ਨੇ ਤੇ ਹਾਈ ਕੋਰਟ ਉਹਨਾਂ ਦੇ DGP ਹੁੰਦਿਆਂ ਹੋਇਆ ਜਾਂ ਪੰਜਾਬ ਦੇ IG ਹੁੰਦਿਆਂ ਹੋਇਆ ਉਹਨਾਂ ਦੇ ਖਿਲਾਫ ਕੋਈ ਵੀ ਮੁਕੱਦਮੇ ਦੇ ਵਿੱਚ ਜਾਂ ਕੋਈ ਵੀ ਨਵਾਂ ਕੇਸ ਦਰਜ ਕਰਨ ਦੀ ਸਥਿਤੀ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਉਹਨਾਂ ਨੂੰ 1 ਹਫ਼ਤੇ ਦਾ ਨੋਟਿਸ ਦਿੱਤਾ ਜਾਏਗਾ। ਇਸ ਤਰੀਕੇ ਦਾ ਰਿਲੀਫ ਗ੍ਰਾਂਟ ਕਰ ਦਿੰਦਾ ਹੈ। ਇਹ 2018 ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ। ਸੋ ਸੁਮੇਧ ਸਿੰਘ ਸੈਣੀ ਕੋਲ ਇੱਕ ਬਹੁਤ ਵੱਡੀ ਰਿਲੀਫ ਹੁੰਦੀ ਹੈ ਕਿ ਉਹਨਾਂ ਨੂੰ ਕਦੇ ਵੀ ਕਿਸੇ ਨੇ ਗ੍ਰਿਫਤਾਰ ਕਰਨਾ ਸੀ ਤਾਂ ਉਸ ਤੋਂ ਪਹਿਲਾਂ 1 ਹਫ਼ਤੇ ਦਾ ਨੋਟਿਸ ਦੇਣਾ ਸੀ, ਜਿਸ ਦੌਰਾਨ ਉਹ ਉਤਨੀਆਂ ਅਦਾਲਤਾਂ ਦਾ ਰੁਖ ਕਰ ਸਕਦੇ ਸੀ। ਲੇਕਿਨ 2020 ਦੇ ਵਿੱਚ ਸੁਮੇਧ ਸਿੰਘ ਸੈਣੀ ਦੇ ਬਚਾਅ ਪੱਖ ਨੂੰ ਇਹ ਚੀਜ਼ ਸਮਝ ਵਿੱਚ ਆਉਂਦੀ ਹੈ ਕਿ ਹੋਰ ਕੁਝ ਕੇਸਾਂ ਦੇ ਵਿੱਚ ਜੇ ਬਹਿਬਲ ਕਲਾਂ ਕੇਸ ਦੇ ਵਿੱਚ ਸਰਕਾਰ ਉਹਨਾਂ ਨੂੰ ਨਹੀਂ ਗ੍ਰਿਫਤਾਰ ਕਰ ਪਾਉਂਦੀ ਤਾਂ ਇਹ ਸੰਭਵ ਹੈ ਕਿ ਉਹਨਾਂ ਨੂੰ ਕਿਸੇ ਹੋਰ ਕੇਸ ਦੇ ਵਿੱਚ ਇੰਪਲੀਕੇਟ ਕੀਤਾ ਜਾਏ, ਜਿਸ ਤੋਂ ਬਾਅਦ ਕਿ ਆਪਣੇ ਉਸੇ 2018 ਦੇ ਰਿਲੀਫ ਨੂੰ ਐਕਸਟੈਂਡ ਕੀਤਾ ਗਿਆ।
ਐਕਸਟੈਂਡ ਕਿਵੇਂ ਕੀਤਾ ਗਿਆ? ਸੁਮੇਧ ਸਿੰਘ ਸੈਣੀ ਦੇ ਬਚਾਅ ਪੱਖ ਨੇ ਆਪਣੇ ਰਿਲੀਫ ਨੂੰ ਉਹਨਾਂ ਦੇ ਡੀਜੀਪੀ ਜਾਂ ਆਈਜੀਪੀ ਰਹਿੰਦਿਆਂ ਹੋਇਆਂ, ਯਾਨੀ ਕਿ ਉਸ ਕਾਰਜਕਾਲ ਜਿਸ ਦੌਰਾਨ ਉਹ ਉਤਲੇ ਅਹੁਦਿਆਂ ਤੇ ਸਨ, ਉਸ ਮਿਆਦ ਨੂੰ ਵਧਾ ਕੇ ਉਹਨਾਂ ਦੇ ਪੂਰੇ ਕਰੀਅਰ 1980 ਮਿਡ 80s ਦੇ ਵਿੱਚ ਜਦ ਤੋਂ ਉਹ ਆਈਪੀਐਸ ਦੇ ਵਿੱਚ ਆਉਂਦੇ ਨੇ, ਪੰਜਾਬ ਦੇ ਵਿੱਚ ਉਹਨਾਂ ਦੀ ਤੈਨਾਤੀ ਹੁੰਦੀ ਹੈ, ਤਦ ਤੋਂ ਲੈ ਕੇ ਅੱਜ ਤੱਕ ਦੇ ਕੋਈ ਵੀ ਕੇਸ ਜੇ ਉਹਨਾਂ ਦੇ ਖਿਲਾਫ ਪੂਰੇ ਸਰਵਿਸ ਕਰੀਅਰ ਦੇ ਦੌਰਾਨ ਰਜਿਸਟਰ ਹੁੰਦੇ ਨੇ, ਉਹਨਾਂ ਦੇ ਵਿੱਚ ਉਸ ਰਿਲੀਫ ਨੂੰ 2018 ਦੀ ਨੂੰ ਵਧਾਤਾ ਗਿਆ। ਇਹ ਸਤੰਬਰ 2020 ਦੇ ਵਿੱਚ ਹੋਇਆ। ਸੋ ਸੁਮੇਧ ਸਿੰਘ ਸੈਣੀ ਨੂੰ ਹੁਣ ਇਸ ਚੀਜ਼ ਦਾ ਭਰੋਸਾ ਸੀ ਕਿ ਉਹਨਾਂ ਦੀ ਪੂਰੀ ਕਰੀਅਰ ਦੇ ਦੌਰਾਨ ਕੋਈ ਵੀ ਪੁਰਾਣਾ ਕੇਸ ਜੇ ਕੱਢ ਕੇ ਉਹਨਾਂ ਨੂੰ ਉਸ ਦੇ ਵਿੱਚ ਇੰਪਲੀਕੇਟ ਕੀਤਾ ਜਾਂਦਾ ਤਾਂ ਉਸ ਦੇ ਵਿੱਚ ਉਹਨਾਂ ਕੋਲ ਇੱਕ ਰਿਲੀਫ ਹੈ। 2020 ਦੇ ਵਿੱਚ ਆਪਣੇ ਇਸ ਰਿਲੀਫ ਨੂੰ ਐਕਸਟੈਂਡ ਕਰਵਾਉਣ ਦਾ ਇੱਕ ਵੱਡਾ ਕਾਰਨ ਹੁੰਦਾ ਹੈ ਮਈ 2020 ਦੇ ਵਿੱਚ ਦਰਜ ਹੋਇਆ ਬਲਵੰਤ ਸਿੰਘ ਮੁਲਤਾਨੀ ਦਾ ਜਿਹੜਾ ਕੇਸ ਹੁੰਦਾ ਹੈ, ਜਿਹੜਾ ਕਸਟੋਡੀਅਲ ਟਾਰਚਰ ਤੋਂ ਬਾਅਦ ਬਲਵੰਤ ਸਿੰਘ ਮੁਲਤਾਨੀ ਦੀ ਲਾਸ਼ ਅੱਜ ਤੱਕ ਨਹੀਂ ਮਿਲੀ ਹੈ। ਉਸ ਕੇਸ ਦੇ ਵਿੱਚ 77 ਨੰਬਰ FIR ਜਿਹੜੀ ਮੋਹਾਲੀ ਪੁਲਿਸ ਵੱਲੋਂ ਰਜਿਸਟਰ ਕੀਤੀ ਜਾਂਦੀ ਹੈ, ਉਸ ਦੇ ਵਿੱਚ ਸੁਮੇਧ ਸਿੰਘ ਸੈਣੀ ਜਿਹੜੇ ਹੈ ਉਸ ਨੂੰ ਨਾਮਜ਼ਦ ਕੀਤਾ ਜਾਂਦਾ ਹੈ। ਉਸ ਕੇਸ ਦੇ ਵਿੱਚ ਕਾਰਵਾਈ ਤੁਰੀ, ਕਈ ਗਵਾਹ ਸਾਹਮਣੇ ਆਏ। ਗੁਰਮੀਤ ਸਿੰਘ ਪਿੰਕੀ ਤੋਂ ਲੈ ਕੇ ਚੰਡੀਗੜ੍ਹ ਪੁਲਿਸ ਦੇ ਕਈ ਪੁਲਿਸ ਇੰਸਪੈਕਟਰਾਂ ਵੱਲੋਂ ਆਪਣੇ ਬਿਆਨ ਜਿਹੜੇ ਦਰਜ ਕਰਾਏ ਗਏ। ਕੁਝ ਲੋਕ ਉਸ ਵਿੱਚ ਵਾਦਾ ਮੁਆਫ ਗਵਾਹ ਬਣੇ ਨੇ, ਅਪਰੂਵਰ ਬਣੇ ਨੇ। ਸੋ ਸੁਮੇਧ ਸਿੰਘ ਜਦੋਂ ਸੈਣੀ ਉਸ ਕੁੜਿੱਕੀ ਵਿੱਚ ਆ ਜਾਂਦਾ ਹੈ 2020 ਦੇ ਵਿੱਚ ਉਸ ਨੂੰ ਆਪਣੀ ਰਿਲੀਫ ਜਿਹੜੀ ਉਸ ਨੂੰ ਮਿਲੀ ਹੁੰਦੀ ਹੈ 2018 ਦੀ, ਉਸ ਨੂੰ ਆਪਣੇ ਪੂਰੇ ਸਰਵਿਸ ਕਰੀਅਰ ਤੱਕ ਐਕਸਟੈਂਡ ਕਰਵਾਉਣਾ ਪੈਂਦਾ ਹੈ ਸਿਰਫ ਇਸ ਬਲਵੰਤ ਸਿੰਘ ਮੁਲਤਾਨੀ ਦੇ ਕੇਸ ਨੂੰ ਲੈ ਕੇ। ਲੇਕਿਨ 2021 ਜਦੋਂ ਆਉਂਦਾ ਹੈ ਉਸ ਵਕਤ ਸਥਿਤੀ ਬਦਲ ਚੁੱਕੀ ਹੁੰਦੀ ਹੈ, ਸਰਕਾਰ ਨੂੰ ਇਸ ਚੀਜ਼ ਦੀ ਸਮਝ ਆ ਚੁੱਕੀ ਹੁੰਦੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੇ ਆਖਰ ਦੇ ਕੁਝ ਜਿਹੜੇ ਹਫ਼ਤੇ ਹੁੰਦੇ ਨੇ ਉਹਨਾਂ ਦੌਰਾਨ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਾਫੀ ਐਕਟਿਵ ਹੁੰਦੀ ਹੈ। ਇਹ ਸਮਝ ਵਿੱਚ ਆ ਚੁੱਕਾ ਹੁੰਦਾ ਕਿ ਨਾ ਤਾਂ ਬਹਿਬਲ ਕਲਾਂ ਗੋਲੀकांड ਦੇ ਵਿੱਚ ਤੇ ਨਾ ਹੀ ਬਲਵੰਤ ਮੁਲਤਾਨੀ ਦੇ ਕੇਸ ਦੇ ਵਿੱਚ ਸੁਮੇਧ ਸਿੰਘ ਸੈਣੀ ਨੂੰ ਹੱਥ ਪਾਇਆ ਜਾ ਸਕਦਾ ਹੈ। ਸੋ ਵਿਜੀਲੈਂਸ ਬਿਊਰੋ ਵੱਲੋਂ ਇੱਕ ਹੋਰ ਕੇਸ ਬਣਾਇਆ ਜਾਂਦਾ ਹੈ। ਹੁਣ ਇਹ ਬਦਲਾਖੋਰੀ ਜਾਂ ਸਿਆਸੀ ਰੰਜਿਸ਼ ਦੇ ਤਹਿਤ ਕੇਸ ਬਣਿਆ ਜਾਂ ਨਹੀਂ ਬਣਿਆ, ਇਸ ਉੱਤੇ ਕਈ ਸਵਾਲ ਖੜੇ ਹੋ ਸਕਦੇ ਨੇ। ਇਹ ਸੰਭਵ ਵੀ ਹੈ ਕਿ ਸੁਮੇਧ ਸਿੰਘ ਸੈਣੀ ਨੂੰ ਕਿਸੇ ਤਰੀਕੇ ਨਾਲ ਇੰਪਲੀਕੇਟ ਕਰਨ ਲਈ ਸਰਕਾਰ ਨੇ ਇਹ ਕਦਮ ਚੁੱਕੇ। ਪੰਜਾਬ ਪੁਲਿਸ ਜਾਂ ਫਿਰ ਵਿਜੀਲੈਂਸ ਬਿਊਰੋ ਕਾਫੀ ਓਵਰ ਐਕਟਿਵ ਇਹਨਾਂ ਮਹੀਨਿਆਂ ਦੇ ਵਿੱਚ ਨਜ਼ਰ ਆਈ। ਲੇਕਿਨ ਸੁਮੇਧ ਸਿੰਘ ਸੈਣੀ ਨੂੰ ਇੱਕ ਕੇਸ ਰਜਿਸਟਰ ਕਰਕੇ ਭ੍ਰਿਸ਼ਟਾਚਾਰ, ਆਮਦਨ ਤੋਂ ਵੱਧ ਜਾਇਦਾਦ ਇਕੱਠਾ ਕਰਨ ਦਾ, ਸੈਕਟਰ 18 ਦੀ ਇੱਕ ਕੋਠੀ ਜਿਸ ਨੂੰ ਕਿ ਉਹਨਾਂ ਨੇ ਕਿਰਾਏ ਤੇ 2.5 ਲੱਖ ਰੁਪਏ ਮਹੀਨੇ ਤੇ ਲਿਆ ਹੁੰਦਾ ਹੈ, ਬਾਅਦ ਦੇ ਵਿੱਚ ਉਸੇ ਕੋਠੀ ਨੂੰ ਖਰੀਦਣ ਦੇ ਇਰਾਦੇ ਦਾ ਤੇ ਉਸ ਲਈ ਜਿਹੜੇ ਫੰਡ ਹੁੰਦੇ ਨੇ ਉਹਨਾਂ ਨੂੰ ਕੁਝ ਕੋਲੋਨਾਈਜ਼ਰਸ ਦੇ ਜ਼ਰੀਏ ਰੂਟ ਕਰਵਾਉਂਦਾ। ਇੱਕ ਅਜਿਹਾ ਕੇਸ ਹੁੰਦਾ ਜਿਸ ਨੂੰ ਕਿ ਵਿਜੀਲੈਂਸ ਬਿਊਰੋ ਰਜਿਸਟਰ ਕਰਦਾ ਹੈ। 2 ਅਲੱਗ-ਅਲੱਗ ਕੇਸ ਰਜਿਸਟਰ ਹੁੰਦੇ ਨੇ। ਸੋ ਸੁਮੇਧ ਸਿੰਘ ਸੈਣੀ ਨੂੰ ਜਦੋਂ ਇਸ ਵਿੱਚ ਇੰਪਲੀਕੇਟ ਕਰਕੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਜਦੋਂ ਇਨਵੈਸਟੀਗੇਸ਼ਨ ਜੁਆਇਨ ਕਰਨ ਜਾਂਦੇ ਨੇ, ਉਸ ਵਕਤ ਸਤੰਬਰ 2021 ਦੇ ਵਿੱਚ ਸੁਮੇਧ ਸਿੰਘ ਸੈਣੀ ਨੂੰ ਉਹ ਤੀਸਰੀ ਰਾਹਤ ਮਿਲਦੀ ਹੈ ਜਿਸ ਵਿੱਚ ਕਿ ਹੁਣ ਨਾ ਸਿਰਫ ਉਹਨਾਂ ਦੇ ਡੀਜੀਪੀ ਜਾਂ ਆਈਜੀਪੀ ਦੇ ਅਹੁਦਿਆਂ ਉੱਤੇ ਰਹਿੰਦੇ ਕਾਰਜਕਾਲ ਦੌਰਾਨ ਜਾਂ ਫਿਰ ਉਹਨਾਂ ਦੀ ਪੂਰੀ ਸਰਵਿਸ ਦੇ ਕਾਰਜਕਾਲ ਦੌਰਾਨ, ਬਲਕਿ ਉਹਨਾਂ ਦੇ ਭਵਿੱਖ ਦੇ ਕਈ ਮਹੀਨਿਆਂ ਨੂੰ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਸ ਫੈਸਲੇ, ਜਸਟਿਸ ਅਰਵਿੰਦ ਕੁਮਾਰ ਸਾਂਗਵਾਨ ਹੋਰਾਂ ਦੇ ਫੈਸਲੇ ਨੇ ਸਿਕਿਉਰ ਕਰਤਾ। ਸੁਮੇਧ ਸਿੰਘ ਸੈਣੀ ਦੀ ਅਦਾਲਤਾਂ ਦੇ ਵਿੱਚ ਪੇਸ਼ੀਆਂ ਤੋਂ ਲੈ ਕੇ ਉਹਨਾਂ ਦੇ ਖਿਲਾਫ ਚੱਲਦੀਆਂ ਤਫਤੀਸ਼ਾਂ ਬੰਦ ਹੋ ਜਾਂਦੀਆਂ ਨੇ। ਸਾਰੇ ਪੰਜਾਬ ਵਿਧਾਨ ਸਭਾ ਦਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੰਦੇ ਨੇ। ਐਡਵੋਕੇਟ ਜਨਰਲ ਵੀ ਸੁਮੇਧ ਸਿੰਘ ਸੈਣੀ ਦਾ ਹੀ ਡਿਫੈਂਸ ਕਾਉਂਸਲ ਬਣਾਤਾ ਜਾਂਦਾ ਹੈ। ਕੁਝ ਮਹੀਨੇ ਕਾਰਵਾਈ ਅੱਗੇ ਨਹੀਂ ਵਧਦੀ, ਲੇਕਿਨ ਬਾਅਦ ਦੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਦੀ ਮਰਜ਼ੀ ਦੇ ਨਾਲ ਐਡਵੋਕੇਟ ਜਨਰਲ ਪਟਵਾਲੀਆ ਲਾਏ ਜਾਂਦੇ ਨੇ, ਉਸ ਤੋਂ ਬਾਅਦ ਕੁਝ ਹਿਲਜੁਲ ਹੁੰਦੀ ਹੈ, ਲੇਕਿਨ ਤਦ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਲੈ ਦੇ ਕੇ ਹੁਣ ਪੂਰੀ ਦੀ ਪੂਰੀ ਗੱਲਬਾਤ ਸੁਪਰੀਮ ਕੋਰਟ ਵੀ ਜਦੋਂ ਪਹੁੰਚਦੀ ਹੈ ਤੇ ਸੁਪਰੀਮ ਕੋਰਟ ਇਸ ਕੇਸ ਦੇ ਮੈਰਿਟਸ ਨੂੰ ਐਗਜ਼ਾਮਿਨ ਕਰਦਾ ਹੈ। ਇਸ ਕੇਸ ਦੀ ਪੂਰੀ ਕੜੀ ਚੇਨ ਸੀਰੀਜ਼ ਆਫ ਇਵੈਂਟਸ ਨੂੰ ਐਗਜ਼ਾਮਿਨ ਕਰਦਾ ਹੈ। ਉਸ ਦੇ ਜੱਜਾਂ ਵੱਲੋਂ, ਉਸ ਦੇ ਚੀਫ ਜਸਟਿਸ ਵੱਲੋਂ ਹੈਰਾਨੀ, ਇਤਰਾਜ਼ ਤੇ ਇੱਕ ਆਪਣੇ ਆਪ ਦੇ ਵਿੱਚ ਝਟਕੇ ਦਾ ਜਿਹੜਾ ਅਨੁਭਵ ਹੈ ਉਹ ਕੀਤਾ ਜਾਂਦਾ ਹੈ, ਕਿਉਂਕਿ ਹਾਈ ਕੋਰਟ, ਸੁਪਰੀਮ ਕੋਰਟ ਦੇ ਜੱਜਾਂ ਨੇ ਇਹ ਗੱਲ ਕਹੀ ਕਿ ਇਟ ਇਜ਼ ਐਬਸੋਲੂਟਲੀ ਸ਼ੌਕਿੰਗ, ਵੀ ਹੈਵ ਨੈਵਰ ਹਰਡ ਸੱਚ ਕਾਈਂਡ ਆਫ ਡਿਸੀਜਨਸ ਥਰੂ ਆਊਟ ਆਰ ਲਾਈਵਸ। ਇਹਦਾ ਮਤਲਬ ਇਹੀ ਸੀ ਕਿ ਸੁਪਰੀਮ ਕੋਰਟ ਦੇ ਜੱਜਾਂ ਦਾ ਇਹ ਕਹਿਣਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਬੈਂਚ ਦੇ ਫੈਸਲੇ ਉੱਤੇ ਇੱਕ ਬਹੁਤ ਸਖਤ ਟਿੱਪਣੀ ਹੈ ਤੇ ਉਸ ਤੋਂ ਬਾਅਦ ਉਸ ਬੈਂਚ ਤੋਂ ਇਹ ਕੇਸ ਨੂੰ ਵਾਪਸ ਵੀ ਲੈ ਲਿਆ ਗਿਆ ਹੈ। ਸੋ ਆਉਣ ਵਾਲੇ 2 ਹਫ਼ਤਿਆਂ ਦੇ ਵਿੱਚ ਹੁਣ ਸੁਮੇਧ ਸਿੰਘ ਸੈਣੀ ਦੀ ਉਹ ਅਰਜ਼ੀ ਜਿਸ ਤਹਿਤ ਕਿ ਉਹ ਹੁਣ ਮੰਗ ਕਰ ਰਹੇ ਇਸ ਕੇਸ ਦੇ ਵਿੱਚ CBI ਜਾਂਚ ਦੀ, ਅਲੱਗ-ਅਲੱਗ ਉਹਨਾਂ ਦੇ ਉੱਤੇ ਮੁਕੱਦਮੇ ਨੇ, ਲੇਕਿਨ ਉਹ ਕਈ ਕੇਸਾਂ ਦੇ ਵਿੱਚ CBI ਜਾਂਚ ਦੀ ਮੰਗ ਕਰਦੇ ਪਏ ਨੇ। ਉਸ ਉੱਤੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਇੱਕ ਵੱਖਰਾ ਬੈਂਚ ਫੈਸਲਾ ਸੁਣਾਏਗਾ ਤੇ ਉਸ ਤੋਂ ਬਾਅਦ ਜੇ ਲੋੜ ਹੋਏਗੀ ਤਾਂ ਪ੍ਰਭਾਵਿਤ ਜਿਹੜਾ ਪੱਖ ਹੈ ਉਹ ਸੁਪਰੀਮ ਕੋਰਟ ਜਾਏਗਾ। ਲੇਕਿਨ ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਸਾਫ਼ ਕਰਤਾ ਹੈ ਕਿ ਪੰਜਾਬ ਦੇ ਸਭ ਤੋਂ ਮਜ਼ਬੂਤ ਮੰਨੇ ਜਾਣ ਵਾਲੇ IPS ਤੇ ਸਾਬਕਾ DGP ਨੂੰ ਇੱਕ ਐਡੀ ਵੱਡੀ ਰਾਹਤ ਕਈ ਮਹੀਨਿਆਂ ਤੱਕ किस तरीके नाल मिल गई तो उसनों कई महीने तक किसी ने गौलिया ही नहीं, किसी ने उसकी चिंता ही नहीं की। सरकारां रौला बहुत पांदियां रही, कांग्रेस पार्टी वालों हो हल्ला बहुत मचाया गया। लेकिन जे आपां कानूनी पैरवी की गल करिए, यानी कि अदालतां दे विच उन्हां फैसलियां नूं चुनौती देना, हाई कोर्ट दे उस फैसले नूं चुनौती देना जो कि हुण दित्ती गई, तो सुप्रीम कोर्ट ने यह फैसला बहुत ही तिखे शब्दों के विच सुनाया। जे यही चुनौती उस वक्त दित्ती गई हुंदी तां शायद स्थिति सूरत हाल अलग हुंदा
ਤੇ ਉਹ ਮੁਕੱਦਮਿਆਂ ਦੇ ਵਿੱਚ ਕਈ ਮਹੀਨੇ ਜਿਹੜੀ ਖੜੋਤ ਆਈ ਰਹੀ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਉਹ ਨਾ ਆਉਂਦੀ। ਬਹਿਰਹਾਲ ਅੱਜ ਦੀ ਰਿਪੋਰਟ ਦੇ ਵਿੱਚ ਮੈਂ ਤੁਹਾਡੇ ਨਾਲ ਇਹੀ ਸਥਿਤੀ ਨੂੰ ਡਿਸਕਸ ਕਰਨਾ ਚਾਹੁੰਦਾ ਸੀ। ਸਾਡੀ ਅਦਾਲਤਾਂ ਦੀ ਫੰਕਸ਼ਨਿੰਗ ਜਾਂ ਉਹਨਾਂ ਦੇ ਫੈਸਲੇ ਲੈਣ ਦੇ ਜਿਹੜੇ ਲੌਜਿਕ ਹੁੰਦੇ ਨੇ ਉਹਨਾਂ ਉੱਤੇ ਇੱਕ ਬਹੁਤ ਹੀ ਟੈਲਿੰਗ ਕਮੈਂਟ ਅੱਜ ਖੁਦ ਦੇਸ਼ ਦੀ ਸਰਵੋੱਚ ਅਦਾਲਤ ਯਾਨੀ ਕਿ ਸੁਪਰੀਮ ਕੋਰਟ ਨੇ ਦਿੱਤਾ ਹੈ। ਆਪਾਂ ਤਾਂ ਇਹ ਇਸ਼ੂਜ਼ ਨੂੰ ਪਹਿਲਾਂ ਵੀ ਟੇਕ ਅਪ ਕੀਤਾ ਹੈ। ਹਰ ਇੱਕ ਪੜਾਅ ਦੇ ਉੱਤੇ ਆਪਾਂ ਇੱਕ ਰਿਪੋਰਟ ਬਣਾਈ ਹੈ। ਰਿਤੇਸ਼ ਲਖੀਆ ਅਨਪਲੱਗਡ ਉੱਤੇ ਤੁਸੀਂ ਉਹ ਸੀਰੀਜ਼ ਜਿਹੜੀ ਹੈਗੀ ਹੈ, ਚਾਹੇ ਸੁਮੇਧ ਸਿੰਘ ਸੈਣੀ ਦੇ ਪੁਰਾਣੇ ਮੁਕੱਦਮੇ ਹੋਣ ਜਾਂ ਫਿਰ ਲੇਟੈਸਟ ਮੁਕੱਦਮੇ, ਉਹਨਾਂ ਉੱਤੇ ਅਲੱਗ-ਅਲੱਗ ਰਿਪੋਰਟਸ ਵੇਖ ਸਕਦੇ ਹੋ। ਲੇਕਿਨ ਅੱਜ ਉਸ ਵਕਤ ਜਦੋਂ ਕਿ ਖੁਦ ਸੁਮੇਧ ਸਿੰਘ ਸੈਣੀ CBI ਜਾਂਚ ਜਾਂ ਪੜਤਾਲ ਦੀ ਮੰਗ ਆਪਣੇ ਖਿਲਾਫ ਜਿਹੜੇ ਕੇਸ ਦਰਜ ਨੇ ਉਹਨਾਂ ਵਿੱਚ ਕਰਦੇ ਆ ਰਹੇ ਨੇ, ਅੱਜ ਜਦੋਂ ਕਿ ਅਦਾਲਤਾਂ ਦੇ ਵਿੱਚੋਂ ਰਾਹਤ ਭਾਲਦੇ ਹੋਏ ਨਜ਼ਰ ਆ ਰਹੇ ਨੇ, ਮੈਨੂੰ ਅਕਸਰ, ਮੈਂ ਪਹਿਲਾਂ ਵੀ ਰਿਪੋਰਟਾਂ ਵਿੱਚ ਜ਼ਿਕਰ ਕੀਤਾ, ਯਾਦ ਆ ਜਾਂਦਾ ਉਹੀ ਸੈਣੀ ਮੋਟਰ ਵਾਲਾ ਕੇਸ। ਵਾਲੀਆ ਪਰਿਵਾਰ, ਅਸ਼ੋਕ ਵਾਲੀਆ, ਵਿਨੋਦ ਵਾਲੀਆ ਤੇ ਉਹਨਾਂ ਦਾ ਡਰਾਈਵਰ ਮਲਕੀਤ, ਜੋ ਕਿ ਜਿਸ ਦਿਨ 1994-95 ਦੇ ਸਾਲਾਂ ਦੇ ਵਿੱਚ ਜਦੋਂ ਗਾਇਬ ਹੁੰਦੇ ਨੇ, ਉਸ ਤੋਂ ਬਾਅਦ ਅੱਜ ਤੱਕ ਉਹਨਾਂ ਦੇ ਸਰੀਰ, ਉਹਨਾਂ ਦੀਆਂ ਲਾਸ਼ਾਂ ਨਹੀਂ ਲੱਭ ਪਾਈਆਂ ਨੇ। ਉਹ ਜਿਉਂਦੇ ਨੇ, ਨਹੀਂ ਜਿਉਂਦੇ ਨੇ, ਇਸ ਚੀਜ਼ ਦਾ ਪਤਾ ਨਹੀਂ ਲੱਗ ਪਾਇਆ। CBI ਦੀ ਇਨਕੁਆਇਰੀ ਕੁਝ ਮਹੀਨਿਆਂ ਦੇ ਵਿੱਚ ਮੁਕੰਮਲ ਹੋ ਜਾਂਦੀ ਹੈ। ਸੁਮੇਧ ਸਿੰਘ ਸੈਣੀ ਇਸ ਕੇਸ ਦੇ ਵਿੱਚ ਸਿੱਧੇ ਤੌਰ ਤੇ ਇੱਕ ਮੇਨ ਅਕਿਊਜ਼ਡ ਹੁੰਦਾ ਹੈ। ਉਸ ਦੇ ਖਿਲਾਫ ਚਾਰजेस ਜਿਹੜੇ ਹੈਗੇ ਨੇ ਉਹ 2007-8 ਦੇ ਵਿੱਚ ਫਰੇਮ ਹੋ ਜਾਂਦੇ ਨੇ, ਲੇਕਿਨ 14-14, 15-15 ਸਾਲ ਤੱਕ ਉਹ ਸੰਗੀਨ ਜਿਹੜੇ ਕੇਸਿਸ ਨੇ, ਬਹੁਤ ਹੀ ਜਿਹੜੇ ਗੰਭੀਰ ਅਪਰਾਧ ਨੇ, ਉਹਨਾਂ ਦੇ ਵਿੱਚ ਸੁਮੇਧ ਸਿੰਘ ਸੈਣੀ ਨੂੰ ਕੋਈ ਪੁੱਛਣ ਵਾਲਾ ਨਹੀਂ। ਅਦਾਲਤਾਂ ਦੇ ਵਿੱਚ, ਦਿੱਲੀ ਦੀਆਂ ਅਦਾਲਤਾਂ ਦੇ ਵਿੱਚ ਉਹ ਕੇਸ ਕਿਉਂ ਇੱਕ ਕਛੂਏ ਦੀ ਰਫ਼ਤਾਰ ਦੇ ਉੱਤੇ ਤੁਰਦੇ ਪਏ ਨੇ। ਸਾਲੋਂ ਸਾਲ ਇਸ ਮੁੱਦੇ ਉੱਤੇ, ਇਸ ਕੇਸ ਦੇ ਵਿੱਚ ਚੁੱਪ ਰਹੇ ਸਾਡੇ ਅਦਾਰੇ, ਮੀਡੀਆ, ਇੰਸਟੀਟਿਊਸ਼ਨ ਤੇ ਅਦਾਲਤਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਮਾਰਨ ਦੀ ਵੀ ਲੋੜ ਹੈ ਤੇ ਸਮਝਣ ਦੀ ਲੋੜ ਹੈ ਕਿ ਇਹਨਾਂ ਕੇਸਾਂ ਦੇ ਵਿੱਚ ਜਦੋਂ ਆਪਾਂ ਇਹ ਮਹਿਸੂਸ ਕਰਦੇ ਹਾਂ ਵੀ ਇਸ ਤਰੀਕੇ ਦੇ ਅਫਸਰਾਂ ਨੂੰ ਜਿਨ੍ਹਾਂ ਨੇ ਕਿ ਆਪਣੇ ਸਮਿਆਂ ਉੱਤੇ ਇਸ ਤਰੀਕੇ ਦੀਆਂ ਵਧੀਕੀਆਂ ਕੀਤੀਆਂ ਹੋ ਸਕਦੀਆਂ ਨੇ, CBI ਦੀ ਇਨਵੈਸਟੀਗੇਸ਼ਨ ਦੇ ਵਿੱਚ, ਅਦਾਲਤਾਂ ਦੇ ਵਿੱਚ ਜਿਹੜੇ ਚਾਰਜਸ਼ੀਟਾਂ ਜਾਂ ਚਾਰजेस ਫਰੇਮ ਹੋ ਚੁੱਕੇ ਨੇ, ਉਹਨਾਂ ਦੇ ਵਿੱਚ ਇਹ ਗੱਲਾਂ ਬਾਤਾਂ ਨਿਖਰ ਕੇ ਸਾਹਮਣੇ ਆ ਰਹੀਆਂ ਨੇ। ਉਹਨਾਂ ਕੇਸਾਂ ਦੇ ਵਿੱਚ ਖੜੋਤ ਕਿਉਂ ਆਈ ਹੋਈ ਹੈ, ਉਹਨਾਂ ਨੂੰ ਕਿਉਂ ਉਹਨਾਂ ਦੀ ਹੈਂਡ ਬ੍ਰੇਕਾਂ ਲਗਾ ਕੇ ਉਹਨਾਂ ਕੇਸਾਂ ਦੀ ਰਫ਼ਤਾਰਾਂ ਨੂੰ ਰੋਕਿਆ ਗਿਆ ਹੈ। ਠੀਕ ਉਸੇ ਤਰੀਕੇ ਨਾਲ ਜਿਵੇਂ ਕਿ ਇਸ ਕੇਸ ਦੇ ਵਿੱਚ ਵੀ ਕਈ ਮਹੀਨੇ ਸਿਰਫ ਪੰਜਾਬ ਦੇ ਵਿਧਾਨ ਸਭਾ ਚੋਣਾਂ ਦੇ ਨਾਂ ਉੱਤੇ ਲੰਘਾਤੇ ਗਏ ਤੇ ਉਸ ਤੋਂ ਬਾਅਦ ਵੀ, ਚੋਣਾਂ ਖਤਮ ਹੋਣ ਤੋਂ ਬਾਅਦ ਵੀ ਹਾਈ ਕੋਰਟ 2 ਮਹੀਨੇ ਦੀ ਹੋਰ ਰਿਲੀਫ ਜਨਾਬ ਸੁਮੇਧ ਸਿੰਘ ਸੈਣੀ ਸਾਹਿਬ ਨੂੰ ਦੇ ਰਿਹਾ ਹੈ। ਸੋ ਚੰਗੀ ਗੱਲ ਹੈ, ਦੇਰ ਹੈ ਦਰੁਸਤ ਹੈ। ਸੁਪਰੀਮ ਕੋਰਟ ਨੇ ਆਪਣਾ ਜਿਹੜਾ ਡੰਡਾ ਖੜਕਾਇਆ ਹੈ। ਜਸਟਿਸ ਸਾਂਗਵਾਨ ਦੀ ਬੈਂਚ ਤੋਂ ਕੇਸ ਨੂੰ ਵਾਪਸ ਲੈਣਾ ਇੱਕ ਮਹੱਤਵਪੂਰਨ ਪੜਾਅ ਵੀ ਹੈ ਤੇ ਇਹ ਆਪਣੇ ਆਪ ਦੇ ਵਿੱਚ ਹੋਰ ਅਜਿਹੇ ਕੇਸਾਂ ਦੇ ਵਿੱਚ ਜਿਹੜੇ ਵੀ ਹਾਈ ਪ੍ਰੋਫਾਈਲ ਮਾਮਲੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਕੰਨ ਵੀ ਕਰ ਦਿੰਦਾ ਹੈ ਜੁਡੀਸ਼ਰੀ ਦੇ ਜਾਂ ਉਤਲੀ ਜੁਡੀਸ਼ਰੀ ਦੇ ਉੱਤੇ। ਉਹਨਾਂ ਨੂੰ ਸਮਝਣ ਦੀ ਲੋੜ ਹੈ ਵੀ ਕਿਸੇ ਕਿਸਮ ਦੇ ਦਬਾਅ, ਪ੍ਰੈਸ਼ਰ ਜਾਂ ਫਿਰ ਜਿਹੜੇ ਪੋਲੀਟੀਕਲ ਰੀਜ਼ਨ ਹੁੰਦੇ ਨੇ, ਰਾਜਸੀ ਜਿਹੜੇ ਕਾਰਨ ਹੁੰਦੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਜੇ ਆਪਾਂ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਸੰਚਾਲਿਤ ਕਰਨਾ ਸ਼ੁਰੂ ਕਰ ਦਾਂਗੇ, ਜੇ ਵਿਧਾਨ ਸਭਾ ਚੋਣਾਂ ਜਾਂ ਦੇਸ਼ ਦੀ ਪਾਰਲੀਮੈਂਟ ਦੀ ਚੋਣਾਂ ਦੀ ਤਰੀਖਾਂ ਨੂੰ ਦੇਖ ਕੇ ਇਹ ਤੈਅ ਹੋਣਾ ਸ਼ੁਰੂ ਹੋ ਜਾਏਗਾ ਵੀ ਕਿਸੇ ਕੇਸ ਦੀ ਰਫ਼ਤਾਰ ਕਿੰਨੀ ਕੁ ਤੇਜ਼ ਜਾਂ ਕਿੰਨੀ ਕੁ ਧੀਮੀ ਗਤੀ ਦੇ ਨਾਲ ਚੱਲਣੀ ਹੈ, ਉਹਨਾਂ ਹਾਲਾਤਾਂ ਦੇ ਵਿੱਚ ਸਾਡੀ ਕ੍ਰਿਮੀਨਲ ਜਸਟਿਸ ਸਿਸਟਮ ਤੇ ਨਿਆਂਪਾਲਿਕਾ, ਨਿਆਂ ਵਿਵਸਥਾ ਦਾ ਇੱਕ ਬੰਟਾ ਜਿਹੜਾ ਹੈ ਉਹ ਧਾਰ ਸਮਝੋ ਹੀ ਸਮਝੋ। ਸੋ ਚੰਗੀ ਗੱਲ ਹੈ, ਸੁਪਰੀਮ ਕੋਰਟ ਦਾ ਫੈਸਲਾ ਹੈ ਤੇ ਆਪਾਂ ਆਉਣ ਵਾਲੇ ਕੁਝ ਦਿਨਾਂ, ਹਫ਼ਤਿਆਂ ਦੇ ਵਿੱਚ ਆਸ ਇਹ ਵੀ ਕਰਦੇ ਹਾਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੀ ਇਸ ਕੇਸ ਨੂੰ ਕਿਸੇ ਸਿਰੇ ਤੇ ਲਾਵੇ ਤੇ ਤਕਰੀਬਨ 5 ਜਾਂ 6 ਮਹੀਨੇ ਦਾ ਇੱਕ ਕੂਲਿੰਗ ਆਫ ਜਾਂ ਇੱਕ ਹਨੀਮੂਨ ਦੇ ਦਿੱਤਾ ਗਿਆ ਇਸ ਤਰੀਕੇ ਦੇ ਅਕਿਊਜ਼ ਨੂੰ, ਜੋ ਕਿ ਹੋਰ ਵੀ ਬਥੇਰੇ ਗੰਭੀਰ ਕੇਸਾਂ ਦੇ ਵਿੱਚ ਨਾਮਜ਼ਦ ਨੇ, ਨੋਮੀਨੇਟਡ ਨੇ, ਅਕਿਊਜ਼ ਨੇ। ਇਸ ਤਰੀਕੇ ਦੇ ਹਨੀਮੂਨ ਪੀਰੀਅਡ ਉੱਤੇ ਹੁਣ ਵਿਰਾਮ ਲੱਗੇਗਾ ਤੇ ਇਹ ਕੇਸ ਅੱਗੇ ਵਧਣਗੇ, ਇੱਕ ਰਫ਼ਤਾਰ ਉੱਤੇ ਵਧਣਗੇ। ਇਹ ਇੱਕ ਬਹੁਤ ਵੱਡੀ ਗੱਲਬਾਤ, ਟੇਕ ਅਵੇ ਹੈ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਜੋ ਉੱਭਰਦੀ ਹੈ। ਅੱਜ ਦੀ ਰਿਪੋਰਟ ਇੱਥੇ ਤੱਕ ਹੀ ਸੀ। ਬਹੁਤ ਬਹੁਤ ਧੰਨਵਾਦ। ਇਸ ਰਿਪੋਰਟ ਨੂੰ ਮੈਂ ਥੋੜਾ ਜਿਹਾ ਰੀਕਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਆਸ ਕਰਾਂਗੇ ਠੀਕ ਲੱਗੀ ਹੋਏਗੀ। ਆਪਣੀ ਟਿੱਪਣੀ, ਕਮੈਂਟਸ, ਫੀਡਬੈਕ ਜ਼ਰੂਰ ਇਸ ਕੇਸ ਦੇ ਉੱਤੇ ਦਿਓ। ਸੁਪਰੀਮ ਕੋਰਟ ਦੀ ਅੱਜ ਦੀ ਇਹ ਜਿਹੜੀ ਸਖਤ ਟਿੱਪਣੀ ਹੈ ਇਹ ਕਾਫੀ ਮਹੱਤਵਪੂਰਨ ਹੈ। ਇਟ ਹੈਜ਼ ਟੂ ਬੀ ਵੈਲਿਊਡ ਐਟ ਇਟਸ ਫੇਸ ਵੈਲਿਊ। ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ। ਥੈਂਕ ਯੂ ਸੋ ਮਚ।